मैं आशा रखी चित मैं, मेरा सबो दुख गवाई जियो। मैं आशा रखी चित मैं, मेरा सबो दुख गवाई जियो। सतनाम वाहिगुरु साहिब जी। गगन गंभीर गगन अंतर वास, गुण गावे सुख सहज निवास। गगन गंभीर गगन अंतर वास, गुण गावे सुख सहज निवास। गया न आवे आए न जाए, गुर प्रसाद रहे लिवलाई। गगन अगम अनाथ अजोनी, अस्थिर चीत समाध सगोनी। हर नाम चेत फिर पवै न जूनी। गुरमत सार होर नाम बिहोनी। हर नाम चेत फिर पवै न जूनी। गुरमत सार होर नाम बिहोनी। वाहिगुरु जी का खालसा, वाहिगुरु जी की फतेह। परम सन्मानयोग चवर शतर तख्त दे मालक साहिब कमाल वालिए कुल आलम गुरता गद्दी ते सुभाईमान दसां पातशाहियां दे आत्मक स्वरूप राजान राज पानान पहान देवान देव उपमा महान सर्व कला सम्राट बाणी के बोहित धन धन श्री गुरु ग्रंथ साहिब महाराज तिन्हां दे पावन मुबारक दरबार दी हाज़री भर रहे गुरमुख प्यारे सतसंगी जनों वडभागे हाँ जो हर रोज़ की तरह चल रही पावन बाणी की लड़ीवार विचार नाल सांझ पा के मनुखा जिंदगी के इस समय नूं सफला बना रहे हाँ। अज दे विचार अधीन गुरबाणी के जो बचन आप जी श्रवण कर रहे सी रामकली राग विच सतगुरु धन गुरु नानक साहब महाराज जी की रसना तो उचारी हुई पावन बाणी
ਓਅੰਕਾਰ ਦੇ ਵਿੱਚ ਬਚਨ ਦਰਜ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 932 ਉੱਪਰ ਇਹ ਪਾਵਨ ਬਚਨ ਦਰਜ ਹੋਏ ਹਨ। ਇਸ ਅੰਮ੍ਰਿਤ ਬਾਣੀ ਦੇ ਕੁੱਲ 54 ਪਦਿਆਂ ਵਿੱਚੋਂ 19 ਪਦਿਆਂ ਦੀ ਵਿਚਾਰ ਕੱਲ੍ਹ ਦੇ ਦੀਵਾਨ ਤੱਕ ਮੁਕੰਮਲ ਹੋ ਚੁੱਕੀ ਹੈ। ਆਓ ਇਸ ਬਾਣੀ ਦੇ 20 ਨੰਬਰ ਪਦੇ ਨੂੰ ਅੱਜ ਦੇ ਇਸ ਦੀਵਾਨ ਵਿੱਚ ਵਾਚਨ ਸਮਝਣ ਦਾ ਯਤਨ ਕਰੀਏ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਓਅੰਕਾਰ ਬਾਣੀ ਵਿੱਚ ਇੱਕ ਪਰਮੇਸ਼ਵਰ, ਇੱਕ ਰੱਬ ਦਾ ਜ਼ਿਕਰ ਕਰ ਰਹੇ ਨੇ, ਉੱਥੇ ਨਾਲ ਹੀ ਉਹਨਾਂ ਦਾ ਵੀ ਜ਼ਿਕਰ ਕਰ ਰਹੇ ਨੇ ਜਿਹੜੇ ਵਿਸ਼ਿਆਂ ਵਿਕਾਰਾਂ ਦੇ ਅਧੀਨ ਹੋ ਕੇ ਉਸ ਸੱਚ ਤੋਂ, ਪਰਮੇਸ਼ਵਰ ਤੋਂ, ਰੱਬ ਤੋਂ ਟੁੱਟੇ ਹਨ। ਨਾਲ ਉਹਨਾਂ ਦੀ ਵੀ ਗੱਲ ਕਰ ਰਹੇ ਨੇ ਜਿਹੜੇ ਜ਼ਿੰਦਗੀ ਦੇ ਇਸ ਸੱਚ ਨੂੰ ਸਮਝ ਚੁੱਕੇ ਹਨ ਔਰ ਉਹਨਾਂ ਦੀ ਸਦੀਵ ਕਾਲ ਸਾਂਝ ਆਪਣੇ ਰੱਬ, ਆਪਣੇ ਪਰਮੇਸ਼ਵਰ ਦੇ ਨਾਲ ਬਣ ਚੁੱਕੀ ਹੈ। ਕੱਲ੍ਹ ਵਾਲੀਆਂ ਵਿਚਾਰਾਂ ਦੇ ਵਿੱਚ ਆਪਾਂ ਦੂਜਾ ਪੱਖ ਵਾਚਿਆ ਸੀ, ਜਿਹਦੇ ਵਿੱਚ ਮਹਾਰਾਜ ਜੀ ਨੇ ਸਮਝਾਇਆ ਸੀ, ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਮਨੁੱਖ ਨੇ ਵਾਹਿਗੁਰੂ ਪਰਮੇਸ਼ਵਰ ਵੱਲੋਂ ਇਹ ਦਾਤਾਂ ਪਾ ਕੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਜੋ ਕਿ ਨਿਰੰਕਾਰ ਵੱਲੋਂ ਸਾਨੂੰ ਪ੍ਰਾਪਤ ਹੋਈਆਂ ਇਹ ਦਾਤਾਂ ਹਨ। ਪਰ ਕਿਉਂਕਿ ਮਨੁੱਖ ਮਾਇਆ ਦੇ ਅਧੀਨ ਐਸਾ ਹੋਇਆ, ਸੁਚੱਜੀ ਮਰਿਆਦਾ ਦੇ ਵਿੱਚੋਂ ਬਾਹਰ ਨਿਕਲਿਆ, ਇਹ ਦਾਤਾਂ ਵਿਕਾਰਾਂ ਦਾ ਰੂਪ ਧਾਰਨ ਕਰ ਗਈਆਂ, ਜਿਸ ਕਾਰਨ ਕਰਕੇ ਇਹਦੀ ਸਾਂਝ ਹੁਣ ਓਅੰਕਾਰ ਦੇ ਨਾਲ ਬਣ ਸਕਣੀ ਬੜੀ ਔਖੀ ਹੈ। ਪਰ ਅਸੰਭਵ ਵੀ ਨਹੀਂ ਜਿਹੜੇ ਸੱਚ ਦੇ ਨਾਲ ਜੁੜਨਾ ਚਾਹੁਣ, ਗੁਰੂ ਦੇ ਸ਼ਬਦ ਦੇ ਨਾਲ ਆਪਣੀ ਸਾਂਝ ਪਾ ਲੈਣ, ਗੁਰੂ ਦੀ ਮੱਤ ਨੂੰ ਸਮਝਣ, ਮਿਹਨਤ ਕਰਨ, ਉਦਮੀ ਹੋਣ, ਪਰ ਭਰੋਸਾ ਸਤਿਗੁਰੂ ਦੇ ਸ਼ਬਦ ਤੇ ਰੱਖਿਆ ਜਾਏ ਤਾਂ ਇਹ ਕੰਮ ਇੰਨਾ ਵੀ ਔਖਾ ਨਹੀਂ, ਕਿਉਂਕਿ ਬੜੇ ਰੱਬੀ ਭਗਤਾਂ ਨੇ ਇਹ ਕਾਰਜ ਸਾਨੂੰ ਕਰਕੇ ਵਿਖਾਇਆ ਹੈ। ਖੈਰ 20 ਨੰਬਰ ਪਦੇ ਵਿੱਚ ਸਤਿਗੁਰੂ ਪਾਤਸ਼ਾਹ ਉਹਨਾਂ ਜੁੜਿਆਂ ਹੋਇਆਂ ਦਾ ਹੀ ਜ਼ਿਕਰ ਕਰ ਰਹੇ ਨੇ ਜਿਹੜੇ ਕਾਮ, ਕ੍ਰੋਧ ਇਤਿਆਦਿਕ ਵਿਕਾਰਾਂ ਤੇ ਕਾਬੂ ਪਾ ਕੇ ਗੁਰੂ ਦਸੀ ਮਰਿਆਦਾ ਦੇ ਅਧੀਨ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰ ਗਏ ਤੇ ਕੋਈ ਵੀ ਵਿਕਾਰ ਉਹਨਾਂ ਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਿਆ ਹੈ। ਗੁਰੂ ਸਾਹਿਬ ਨੇ ਬਚਨਾਂ ਦੀ ਸ਼ੁਰੂਆਤ ਇੱਥੋਂ ਕੀਤੀ ਹੈ, ਗਗਨ ਗੰਭੀਰ ਗਗਨੰਤਰ ਵਾਸ, ਗੁਣ ਗਾਵੇ ਸੁਖ ਸਹਿਜ ਨਿਵਾਸ। ਗਗਨ ਸ਼ਬਦ ਜਿੱਥੇ ਵੀ ਆਉਂਦਾ ਹੈ ਆਮ ਤੌਰ ਤੇ ਇਹਦਾ ਅਰਥ ਬਣਦਾ ਹੈ ਆਕਾਸ਼। ਗੁਰਬਾਣੀ ਦੇ ਵਿੱਚ ਇਹਦਾ ਅਰਥ ਬਣਦਾ ਹੈ ਦਸਮ ਦੁਆਰ, ਜਿਹਨੂੰ ਆਪਾਂ ਸੁਰਤ ਸ਼ਬਦ ਦੇ ਨਾਲ ਵੀ ਸੰਬੋਧਨ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 9 ਦੁਆਰੀ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਇਹ ਬਚਨ ਵੀ ਦਰਜ ਹੋਏ ਹਨ। 10ਵਾਂ ਦੁਆਰ ਸੁਰਤ ਵਾਲਾ ਦਰਵਾਜ਼ਾ, ਜਿਹੜਾ ਕਿ ਅਜੇ ਇਨਸਾਨ ਦਾ ਬੰਦ ਹੈ, ਪਰ ਗੁਰਬਾਣੀ ਦਾ ਵਾਕ ਹੈ, ਗੁਰੂ ਦੁਆਰੇ ਲਾਈ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ।
ਜਿਨ੍ਹਾਂ ਦੀ ਭਾਵਨਾ, ਜਿਨ੍ਹਾਂ ਦਾ ਪਿਆਰ ਗੁਰੂ ਦੇ ਨਾਲ ਬਣ ਗਿਆ, ਉਹਨਾਂ ਨੂੰ ਇਹ 10ਵਾਂ ਦਰ ਵੀ ਦਿਸ ਪੈਂਦਾ ਹੈ। ਉਹਨਾਂ ਨੂੰ ਇਹਦੀ ਸੋਝੀ ਆ ਜਾਂਦੀ ਹੈ ਤੇ 10ਵਾਂ ਦਰ ਇਕੱਲਾ ਦਿਸਦਾ ਹੀ ਨਹੀਂ, ਬਲਕਿ ਇਸ ਬੰਦ ਹੋਏ ਦਰਵਾਜ਼ੇ ਨੂੰ ਖੋਲ੍ਹ ਕੇ ਅੰਦਰ ਪ੍ਰਵੇਸ਼ ਵੀ ਕਰ ਜਾਂਦੇ ਹਨ। ਗੁਰਬਾਣੀ ਵਿੱਚ ਗਗਨ ਸ਼ਬਦ ਤੁਹਾਨੂੰ ਬੜੀ ਵਾਰ ਮਿਲੇਗਾ। ਭਗਤ ਕਬੀਰ ਸਾਹਿਬ ਨੇ ਵੀ ਇਹਦਾ ਜ਼ਿਕਰ ਕੀਤਾ ਹੈ। ਗगन नगर एक बूंद न बरखै, नाद कहाँ जो समाना, पार ब्रह्म परमेश्वर माधो परमहंस ले सिधाना, बाबा बोलते ते कहाँ गए देही के संग रहते, सुरत माहे जो नृत्य करते कथा वार्ता कहते। बहुत वार कबीर जी का यह शब्द अंतम अरदासां ते गाया जाता है तो इसका अर्थ ये समझा जाता है कि जिहड़ा बंदा कल तक तुरदा फिरदा सी, गल्लां बातां करदा सी, अज वो तुरदा फिरदा इंसान पता नहीं किहड़े पासे चला गया। बाबा बोलते ते कहाँ गए, जिहड़े बोलते सी पता नहीं किधर चले गए। बाबा बोलते ते कहाँ गए देही के संग रहते, जेड़े देही दे नाल कदे रिहा करदे सी। पर नाल ये नहीं समझिया जाता भी गल तां उत्थे चल रही है सुरत माहे जो नृत्य करते, जेड़े सुरत विच कदे नाच करिया करदे सी। कथा वार्ता कहते, हुण हर बंदा ते कथा करन वाला नहीं, पर कबीर जी ते नाल कथा दी भी गल कर रहे हैं। असल विच इत्थे गल किसी मनुख दे शरीरक तौर ते मर के चले जाण दी नहीं हो रही है। इत्थे जिक्र विषयां दा चल रहा, विकारां दा चल रहा भी जिहड़े विकार कल तक मेरी सुरत विच डेरा ला के बैठे सन, नच रहे सन, मैनूं भी भटकाई फिरदे सी, अज जदों वाहिगुरू दी किरपा वरत गई है तो वो विकार किहड़े पासे तुर गए ने। बाबा बोलते ते जेड़े कदे बोलिया करते सी, रौला पाउंदे सी, ते कहाँ गए, वो विकार किधर नूं चले गए ने। भाव है कि उन्हां विकारां दा हुण नाश हो गया ते एक भी विकार हुण मेरी सुरत विच अपना असर, अपना प्रभाव नहीं पा सकेगा। बाबा बोलते ते कहाँ गए देही के संग रहते, उस शरीर दे नाल ही रहिंदे सी विकार। शरीर चाहे घरे हुंदा सी तां भी काम अपना असर पाउंदा सी, वो शरीर चल के कारोबार वाली थां ते जांदा सी, उत्थे भी नाल। इथों तक कि शरीर चल के गुरुद्वारे जां किसी धार्मिक स्थान ते चला गया तो विकार फिर नाल। जिथे शरीर जा रहा सी विकार तां नाल ही तुरनगे ना। ਜਿਹੜੇ अंदर बैठे विषय ने, वासनावां ने, उन्होंने शरीर तो परे तो होना नहीं। धार्मिक थावां ते बैठे लोगों की सुरत विच भी विकार ही नाच कर रहे हुंदे ने। देही के संग रहते शब्द बड़ा वधिया वरतिया कबीर जी ने, बड़े कमाल दा। बाबा बोलते ते कहाँ गए देही के संग रहते, सुरत माहे जो नृत्य करते, कथा वार्ता कहते। ये विकार ही सन जिहड़े तरह तरह की कथा वार्ता सुनाते रहिंदे सी। हुण कथा सुनाउण दा मतलब बोल के कहना नहीं, विकार अंदर इन्ने ज़्यादा ख्यालात पैदा कर दिंदे ने, मानो जिवें कोई कथा विच कोई दृश्य पेश किया जा रहा होवे। भाव है कि विकारां ने अपना पूरा घर बनाया होया सी अंदर, पर हुण इन्हां दा कोई असर नहीं रहा। ते ये रहाउ दियां तुकां कह के कबीर जी ने शब्द का जिहड़ा पहला पदा वरतिया उहदे विच गगन शब्द वरतिया। गगन नगर एक बूंद ना बरखै, कहंदे हुण गगन दे विच एक बूंद भी वरसदी नहीं। गगन आकाश, इत्थे दा अर्थ होएगा सुरत, दसम द्वार, दिमाग के अर्थां विच भी इहदे अर्थ कीते जांदे ने। तो हजूर ने समझाया गगन नगर एक बूंद ना बरखै, मेरे गगन नगर विच, मेरी सुरत विच एक बूंद भी नहीं वरदी है। जिथे कदे विकारां दा मोले तार मींह पैंदा रहिंदा सी, विषय विकारां दी मोले धार कदे बरसात होया करदी सी, हुण एक बूंद भी नहीं डिग रही।
गगन नगर एक बूंद ना बरखै, नाद कहाँ जो समाना। नाद संगीत रौला रपा, ये विकारां दा संगीत किधर चला गया? भाव कि वो अलोप हो गया। हुण कोई विकार कोई माड़ी गल सुना के मैनू अपने पिछे नहीं तोड़ सकेगा। गगन नगर एक बूंद ना बरखै, नाद कहाँ जो समाना। पार ब्रह्म परमेश्वर माधो, परमहंस ले सिधाना। जिन्हों लोग पार ब्रह्म कहते ने, परमेश्वर कहते ने, माधो कहते ने, वो इन्हां विकारां नूं लैके किसी पासे चला गया है। भाव कि वाहिगुरू की कृपा वरती है, जिहड़ा मेरी सुरत विच, मेरे गगन नगर दे विच इन्हां विकारां दी हुण कोई बरसात नहीं हो रही। आही शब्द धन गुरु नानक साहब महाराज जी ने वरते ने। गगन दुमामा बाजियो, परियों निशाना घाओ। खेत जो मांडियो सूरमा, अब जूझन को दाओ। सूरा सो पहचानिए, जो लरै दीन कै हेत। पुरजा पुरजा कट मरै, कबू ना छाडै खेत। ये आत्मक सूरमे का भी जीवन है तो बाहरी सूरमे का भी जीवन है। गल असल विच आत्मक चल रही है। भगत कबीर साहब जी ने ये भी दोवें श्लोक हजूर जी ने समझाया, कहन लगे गगन दमामा बाजियो। दमामा कहते नगारे नूं, गगन का अर्थ फिर दसवें द्वार ही है। दसवें द्वार दे विच नगारा वजया। किहड़ा नगारा वजया? बाहर तो नगारे आपां देख सकते हैं, पर इत्थे गल अंदर दी हो रही है। सुरत विच किहड़ा नगारा वजेगा? भाव कि गुरु दे शब्द ने आवाज़ की। जिवें बाहर नगारा वजे तो धमक पैंदी है, दूर तक आवाज़ आती है। बिल्कुल इसे तरह गुरु के शब्द का नगारा सिख की सुरत विच वजदा है। गगन दमामा बाजियो, परियों निशाना घाओ। घाओ का मतलब होता है सट मारनी, निशान मारना, चोट मारनी। गुरु के शब्द ने मेरे अंदर आवाज़ की, चोट मारी। खेत जो मांडियो सूरमा। खेत का मतलब मैदानी जंग। केड़ा मैदानी जंग? ये संसार, कुल दुनिया। गुरु का सिख योद्धा बन के, सूरमा बन के मैदान दे विच नितर आया। संसार दे विच योद्धा बन के विचरिया। खेत जो मांडियो सूरमा, अब जूझन को दाओ। हुण उन्हें जूझना शुरू करता। जेड़ा कदे काम क्रोध लोह मोह अहंकार दे सामने सिर झुका दिया करता सी, इन्हां विकारां तो लोग दुखी ने ना। ਵੱਡੇ ਵੱਡੇ शरीरां दे मालक भी विषयां दे सामने झुक जाया करते हैं। उन्होंने इन्नी ताकत नहीं है कि इन्हां विकारां नूं अपने काबू दे विच लिया सकन। जिहड़ा कदे विषयां दे सामने झुकदा सी, अज वो झुकदा नहीं। हुण मैदानी जंग समझ के उन्हें जूझना शुरू कर दिता है। खेत जो मांडियो सूरमा, अब जूझन को दाओ। तो फिर महाराज ने कहा, सूरा सो पहचानिए, जो लड़ै दीन कै हेत। वही तो सूरमा है जड़ा धर्म के गुणों की खातर लड़ता है। पुरजा पुरजा कट मरै, कबू ना छाडै खेत। जिहदी सुरत विच, जिहदे दसम द्वार विच गुरु के शब्द का नगारा वजे, वो फिर टुकड़े टुकड़े तो हो जाएगा, कदे मैदान छड्ड के नहीं दौड़ेगा। वो इन्हां विकारां दे सामने कदे झुकदा ही नहीं, हमेशा चढ़दी कला दे विच है। तो इत्थे बचन ने गगन गंभीर गगनंतर वास। तां गगन शब्द नूं थोड़ा जिहा आपां समझिया, क्योंकि इत्थे महाराज जी ने शब्द वरते ने। गगन गंभीर, जिहदी सुरत विच नाम टिक जाए, सुरत विच गुरु का शब्द वस जाए, वो गंभीर हो जाता है। गंभीर हो जाने का मतलब वो सोचदा है, समझदा है, विचारदा है इस गल नूं कि जीवन काहदे वास्ते मिलिया है, कि जिंदगी केवल खाओ पीओ ते ऐश करो का ही नाम है। वो फिर इस गल नूं बड़ी गंभीरता दे नाल सोचदा है कि जे तां एक सोहना जिहा घर बना लेना ही मेरी जिंदगी का मकसद है, तो इस तरह तो जानवर भी अपने रहन वास्ते कोई ना कोई टिकाणा बना ही लेंदे ने। पंछी भी अपने रहन वास्ते आलना तैयार कर लेंदे ने। कोई पंछी थोड़ा जिहा वड्डा कर लैंदा, कोई छोटा। रिहायश वो भी अपनी बना लेंदे ने। जे औलाद नूं जन्म देना तो पालना ही जिंदगी का मकसद है,
ये तो जानवर ते पंछी भी कर लेंदे ने। जे भोजन का प्रबंध करना ही मेरे जीवन का निशाना है, ये तो बाकी भी करी जाते हैं। वो जानवर, जीव जंतु, कीड़ियाँ भी तुसीं वेख्या होना है, बरसातां दे मौसम दे विच छोटे छोटे दाने चुक के ते अपनी खुड विच जमा कर लैंदियां ने। फिर कीड़ी ते इंसान विच कोई बहुता फर्क तो रह नहीं गया। वो फिर गंभीरता दे नाल सोचना शुरू करता है भी की मेरी जिंदगी का कोई होर भी निशाना है, कोई होर भी मकसद है। तो फिर उन्होंने समझ पैंदी गुरु के शब्द राही कि हाँ, भई प्रापत मानुक देहुरिया गोबिंद मिलन की ये तेरी बरिया, ये तेरे जीवन का निशाना है। तू केवल खाओ पीओ ते ऐश करो वास्ते नहीं आया है। तेरा इत्थे मकसद केवल संसार दीयां सुख सहूलतां मानना नहीं, बल्कि सच दे नाल जुड़ के सच स्वरूप हो जाना, ये तेरी जिंदगी का निशाना है। गगन गंभीर, जिहदी सुरत विच नाम टिकिया वो गंभीर हो गया। गगनंतर वास, उहदे गगन च सुरत विच वाहिगुरू परमेश्वर का वास हो गया, निरंकार का नाम टिकिया। गुण गावे सुख सहज निवास, ऐसा गुरमुख फिर गुण गाउंदा है। तो उहदा गुण गाउना केवल बाहरी गुण गाउण तक सीमित नहीं है। एक तो बाहरों बाहरों गाउना हो गया, कला जुबान दे नाल ही वाहिगुरू वाहिगुरू राम राम अल्लाह अल्लाह कह लिया। और ऐसे गुण गाउण वाले संसार दे विच गुरु साहब तो भी पहला बड़े सन। अल्लाहू कहने वाले बथेरे रहे ने, राम राम कहने वाले बड़े सन, जोगियां की तरह समाधियां लाने वाले बथेरे सन। पर गुरु साहब ने ये समझाया कि केवल बाहरों बाहरों गुण गा लेना ही काफ़ी नहीं है। जिन्नी देर तक गाए हुए गुण तुहाडे चित्त विच वस ना जाण, रसना दे नाल भी सिमरो, कन्ना दे नाल भी सुनो, पर उस बोले ते सुने हुए नूं अपनी जिंदगी का हिस्सा बना लो। वो ऐसा नहीं भी कला बोल दिता ते छड़ लिया, कला सुनिया ते छड़ दिता, उन्होंने अपने हिरदे विच वसाउणा। तां महाराज जी ने इत्थे समझाया, गुण गावै, गुण गाउंदा है, सुख सहज निवास। तो गुण गाउंदियां गाउंदियां उहदा सुख विच सहज विच निवास हो गया। बाहर दे मकानां विच निवास तां सारियां दा ही है। किसी को महल वर्गा वड्डा घर होएगा, किसी को रहन वसेरा छोटा होएगा। रहन वास्ते कोई ना कोई टिकाणा सारियां कोल ही है, पर गुरु साहब कहते सब तो वधिया घर किहड़ा है? जिथे सुखां दा निवास हो जाए, जिथे सहज आ जाए, जिथे मन का टिका ते आनंद आ जाए। गुण गावै सुख सहज निवास, गया ना आवे आए ना जाए। वो फिर आउण जाण दी गेड़ दे विच नहीं है। उहदी सुरत विच एक वार निरंकार वस गया सो वस गया। तो वसे हुए वाहिगुरू ने किते जाना थोड़े, उहदे अंदर टिकिया हुए। तो गुरमुख भी फिर आउण जाण दी गेड़ तो बच गया। गया ना आवे, ना किते गया तो ना उन्हें आने, आवे ना जाए, आउंदा जांदा नहीं। गुर प्रसाद रहे लिव लाए, गुरु की कृपा दे नाल वो रह गया। रह जाण दा मतलब टिक गया, उहदी भटकना खत्म हो गई। लिव लाए, उन्हें अपनी सुरत ला लई। गगन अगम अनाथ अजूनी, वो अकाल पुरख परमात्मा अगम अपहुँच है। गुरु साहब ने शब्द वरत्या अनाथ। अनाथ का मतलब उहदा आप दा नाथ कोई नहीं, क्योंकि वो तो खुद संसार का नाथ है। इत्थे परमात्मा लई शब्द वरत्या अनाथ। वैसे तो आप अनाथ समाज विच उस बच्चे लिए वरत्या जाता है जिहदी ना माँ होवे ना पिता होवे, कोई उन्होंने सांभण वाला नहीं। तो कहा जाता है भी बच्चा अनाथ है क्योंकि इसदा कोई नहीं है। इत्थे जिहड़ा अनाथ शब्द वरत्या है तो उन्हां ही अर्थां नाल तकरीबन मिलदा जुलदा, पर थोड़ा जिहा पॉजिटिव सेंस विच महाराज जी ने वरत्या है। दुनिया विच कोई बालक अनाथ होवे ते आपां अफसोस करने आ, पर इत्थे गल अफसोस वाली नहीं। इत्थे महाराज सानूं समझाउंदे ने रब भी अनाथ है। क्यों अनाथ है? क्योंकि उहदी किहड़ा कोई माँ है, ना उहदा कोई पिता है। वो तो खुद संसार नूं सांभण वाला है, उहनूं भला किहने सांभणा?
ਗੁਰੂ ਸਾਹਿਬ ਦਾ ਵਾਕ ਹੈ ਗਗਨ ਅਗੰਮ। ਇੱਥੇ ਗਗਨ ਸ਼ਬਦ ਵਰਤਿਆ ਪਰਮੇਸ਼ਰ ਲਈ। ਉਹ ਵਾਹਿਗੁਰੂ ਜਿਹੜਾ ਸਭ ਤੋਂ ਉੱਚਾ ਹੈ, ਜਿਵੇਂ ਆਕਾਸ਼ ਸਭ ਤੋਂ ਉੱਚਾ ਹੈ, ਉਹ ਸਭ ਤੋਂ ਉੱਚਾ ਪਰਮੇਸ਼ਰ ਅਗੰਮ ਹੈ, ਅਪਹੁੰਚ, ਅਨਾਥ, ਉਹਦਾ ਨਾਥ ਕੋਈ ਨਹੀਂ, ਅਜੂਨੀ, ਉਹ ਜੂਨਾਂ ਵਿੱਚ ਨਹੀਂ ਹੈ। ਅਸਥਿਰ ਚੀਤ ਸਮਾਧ ਸਗੁਨੀ, ਉਹਦਾ ਚਿੱਤ ਵੀ ਟਿਕਿਆ ਹੋਇਆ। ਵਾਹਿਗੁਰੂ ਦਾ ਚਿੱਤ ਭਟਕਣਾ ਥੋੜ੍ਹਾ, ਭਟਕਣਾ ਵੀ ਸਾਡਾ ਮਨ ਹੁੰਦਾ ਹੈ, ਕਦੇ ਲਾਭ, ਕਦੇ ਘਾਟਾ, ਕਦੇ ਕੁਝ ਮਿਲ ਗਿਆ, ਕਦੇ ਕੁਝ ਖੁੱਸ ਗਿਆ, ਕਦੇ ਖੁਸ਼ੀ ਆ ਗਈ, ਕਦੇ ਗਮੀ ਆ ਗਈ, ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ, ਕਦੇ ਕਾਰੋਬਾਰ ਵਧੀਆ ਚੱਲਣ ਲੱਗ ਪਿਆ ਤੇ ਖੁਸ਼ ਹੋ ਗਏ, ਕਦੇ ਥੋੜ੍ਹਾ ਜਿਹਾ ਘਾਟਾ ਪੈ ਗਿਆ ਤੇ ਦੁਖੀ ਹੋ ਗਏ। ਇਹ ਤੇ ਸਾਡੀ ਜ਼ਿੰਦਗੀ 'ਚ ਉਥਲ ਪੁਥਲ ਚੱਲ ਰਹੀ ਹਮੇਸ਼ਾ। ਵਾਹਿਗੁਰੂ ਪਰਮੇਸ਼ਰ ਦਾ ਚਿੱਤ ਹਮੇਸ਼ਾ ਸਥਿਰ ਹੈ, ਤੇ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਚਿੱਤ ਉਹਨਾਂ ਦਾ ਵੀ ਸਥਿਰ ਹੋ ਜਾਂਦਾ ਹੈ। ਜਿਹੜਾ ਵਾਹਿਗੁਰੂ ਆਪ ਹੈ ਉਹ ਵੀ ਕਦੇ ਭਟਕਦਾ ਨਹੀਂ, ਦੁਖੀ ਨਹੀਂ, ਤੇ ਜਿਹੜੇ ਉਹਦੇ ਨਾਲ ਜੁੜ ਗਏ ਉਹ ਵੀ ਕਦੇ ਭਟਕਦੇ ਨਹੀਂ, ਕਦੇ ਦੁਖੀ ਨਹੀਂ। ਅਸਥਿਰ ਚੀਤ ਸਮਾਧ, ਉਹਦੀ ਸਮਾਧੀ ਹੀ ਇੰਨੇ ਕਮਾਲ ਦੀ ਹੈ ਜਿਹੜੀ ਕਦੇ ਟੁੱਟਦੀ ਨਹੀਂ। ਸਗੁਨੀ, ਸਗੁਨੀ ਦਾ ਅਰਥ ਵਿਦਵਾਨਾਂ ਕੀਤਾ ਗੁਣਾਂ ਦੇ ਸਹਿਤ। ਉਹਦੇ ਵਿੱਚ ਸਾਰੇ ਦੇ ਸਾਰੇ ਗੁਣ ਨੇ, ਬਲਕਿ ਉਹ ਤੇ ਗੁਣਾਂ ਦਾ ਜਨਮਦਾਤਾ ਹੈ। ਜਿੰਨੇ ਗੁਣ ਨੇ ਸਾਰੇ ਉਹਦੇ ਘਰ ਦੇ ਵਿੱਚੋਂ ਆਏ ਨੇ। ਸਾਰੇ ਗੁਣਾਂ ਨੂੰ ਪੈਦਾ ਕਰਨ ਵਾਲਾ ਉਹ ਆਪ ਹੈ। ਗੁਣੀ ਨਿਧਾਨ, ਲੋਕਾਂ ਨੂੰ ਵੀ ਗੁਣ ਉਸੇ ਨੇ ਦਿੱਤੇ ਨੇ, ਤੇ ਜਿਹੜੇ ਅੱਜ ਅਵਗੁਣਾਂ ਦੇ ਨਾਲ ਭਰੇ ਹੋਏ ਨੇ ਇਹਨਾਂ ਨੂੰ ਗੁਣ ਦੇਣ ਵਾਲਾ ਵੀ ਉਹ ਰੱਬ, ਉਹ ਪਰਮੇਸ਼ਰ ਆਪ ਹੈ। ਹਰ ਨਾਮ ਚੇਤ ਫਿਰ ਪਵੇ ਨਾ ਜੂਨੀ, ਆਖਰੀ ਤੁਕਾਂ 'ਚ ਗੁਰੂ ਸਾਹਿਬ ਦੇ ਬਚਨ ਨੇ। ਹਰ ਨਾਮ ਚੇਤ, ਐ ਬੰਦੇ ਤੂੰ ਵੀ ਹਰੀ ਦੇ ਨਾਮ ਨੂੰ ਚੇਤੇ ਕਰਿਆ ਕਰ। ਭੁੱਲਿਆ ਹੋਇਆ ਤੂੰ ਚੇਤੇ ਕਰਿਆ ਕਰ। ਚੇਤੇ ਉਸ ਚੀਜ਼ ਨੂੰ ਕਰਨਾ ਪੈਂਦਾ ਹੈ ਜਿਹੜੀ ਭੁੱਲ ਚੁੱਕੀ ਹੋਵੇ। ਖਿਆਲ ਸੀ ਕਦੇ ਮਨ ਦੇ ਵਿੱਚ ਪਰ ਭੁੱਲ ਗਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਨੂੰ ਕਈ ਵਾਰੀ ਯਾਦ ਤਾਂ ਹੁੰਦੀ ਹੈ ਗੱਲ ਵੀ ਮੈਂ ਆਹ ਵਸਤੂ ਬਾਜ਼ਾਰੋਂ ਖਰੀਦ ਕੇ ਲਿਆਇਆ ਹਾਂ, ਪਰ ਉਂਝ ਚੇਤਾ ਭੁੱਲ ਗਿਆ ਵੀ ਘਰ ਵਿੱਚ ਰੱਖੀ ਕਿਹੜੇ ਥਾਂ ਤੇ। ਯਾਦ ਇੰਨਾ ਕੁ ਤੇ ਹੈ ਵੀ ਲੈ ਕੇ ਆਇਆ ਸਾਂ, ਪਰ ਚੇਤਾ ਭੁੱਲ ਗਿਆ ਰੱਖੀ ਕਿਹੜੇ ਥਾਂ ਤੇ। ਤੇ ਘਰ ਦੇ ਵੀ ਕਹਿੰਦੇ ਥੋੜ੍ਹਾ ਚੇਤੇ ਕਰ, ਦਿਮਾਗ ਲਾ, ਸ਼ਾਇਦ ਤੈਨੂੰ ਯਾਦ ਆ ਜਾਏ ਵੀ ਕਿਹੜੇ ਥਾਂ ਤੇ ਪਈ ਹੈ। ਗੁਰੂ ਸਾਹਿਬ ਕਹਿੰਦੇ ਭੁਲੇਖਾ ਜਿਹਾ ਅੰਦਰ ਥੋੜ੍ਹਾ ਥੋੜ੍ਹਾ ਤੇ ਬਣਿਆ ਰਹਿੰਦਾ ਹਮੇਸ਼ਾ। ਥੋੜ੍ਹੀ ਥੋੜ੍ਹੀ ਯਾਦ ਤਾਂ ਅੰਦਰ ਰਹਿੰਦੀ ਹੈ ਵੀ ਹੈ ਵਾਹਿਗੁਰੂ ਹੈ, ਪਰਮੇਸ਼ਰ ਹੈ। ਇਸੇ ਕਰਕੇ ਮਨੁੱਖ ਮੰਦਰ, ਮਸਜਿਦ, ਗੁਰਦੁਆਰੇ, ਕਿਸੇ ਨਾ ਕਿਸੇ ਧਾਰਮਿਕ ਸਥਾਨ 'ਤੇ ਜਾਂਦਾ ਹੈ, ਧਰਮ ਦੀਆਂ ਰਸਮਾਂ ਵੀ ਕਰਦੇ, ਪਤਾ ਹੈ ਵੀ ਹੈ ਪਰਮੇਸ਼ਰ, ਪਰ ਉਂਝ ਭੁੱਲ ਗਏ, ਉਂਝ ਯਾਦ ਨਹੀਂ ਰਿਹਾ। ਜਿਵੇਂ ਘਰ ਵਿੱਚ ਚੀਜ਼ ਰੱਖ ਕੇ ਆਪਾਂ ਭੁੱਲ ਜਾਈਏ, ਤੇ ਬਾਣੀ ਨੇ ਫਿਰ ਚੇਤਾ ਕਰਾਇਆ ਵੀ ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੋ ਧਨੀ। ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਘਣਾ। ਬਾਣੀ ਨੇ ਵਾਰ-ਵਾਰ ਸਾਨੂੰ ਇਹ ਗੱਲਾਂ ਸਮਝਾਈਆਂ ਨੇ। ਹਰ ਨਾਮ ਚੇਤ ਫਿਰ ਪਵੇਂ ਨਾ ਜੂਨੀ। ਬੰਦੇ ਤੂੰ ਭੁੱਲਿਆ ਹੋਏ, ਥੋੜ੍ਹਾ ਜਿਹਾ ਦਿਮਾਗ ਆਪਣਾ ਲਗਾ ਤੇ ਫਿਰ ਤੈਨੂੰ ਚੇਤੇ ਆ ਜਾਏਗਾ ਕੋਈ ਹੈ ਮੈਨੂੰ ਪੈਦਾ ਕਰਨ ਵਾਲਾ, ਕੋਈ ਹੈ ਮੈਨੂੰ ਰਿਜ਼ਕ ਦੇਣ ਵਾਲਾ, ਮੇਰੀ ਜ਼ਿੰਦਗੀ ਦਾ ਦਾਤਾ। ਹਰ ਨਾਮ ਚੇਤ ਫਿਰ ਪਵੇਂ ਨਾ ਜੂਨੀ, ਗੁਰਮਤਿ ਸਾਰ ਹੋਰ ਨਾਮ ਵੀ ਹੁੰਦੀ। ਆਖਰੀ ਤੁਕ 'ਚ ਬਚਨ ਨੇ ਗੁਰਮਤਿ ਸਾਰ। ਗੁਰਮਤ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ, ਤੇ ਸਾਰ ਦਾ ਮਤਲਬ ਹੈ ਸ੍ਰੇਸ਼ਟ, ਸਭ ਤੋਂ ਮਹਾਨ, ਵੱਡੀ। ਹਜ਼ੂਰ ਕਹਿਣ ਲੱਗੇ ਗੁਰੂ ਦੀ ਮੱਤ ਹਮੇਸ਼ਾ ਸ੍ਰੇਸ਼ਟ ਰਹੇਗੀ। ਤੇ ਜਿਹੜੇ ਗੁਰੂ ਦੀ ਮੱਤ ਨਾਲ ਜੁੜ ਗਏ ਉਹ ਫਿਰ ਖੁਦ ਵੀ ਅਜੂਨੀ ਹੋ ਗਏ। ਉਹ ਵਾਰ-ਵਾਰ ਜੰਮਣ ਮਰਨ ਦੇ ਗੇੜ ਤੋਂ ਬਚ ਗਏ। ਬਾਕੀ ਸੰਸਾਰ ਨਾਮ ਤੋਂ ਸਖਣੇ ਜਿਨ੍ਹਾਂ ਨੇ ਗੁਰੂ ਦੀ ਮੱਤ ਜੇ ਗ੍ਰਹਿਣ ਨਹੀਂ ਕੀਤੀ ਹੈ। ਗੁਰਬਾਣੀ ਮੁਤਾਬਕ ਗੁਰੂ ਦੀ ਮੱਤ ਤੇ ਪਰਮੇਸ਼ਰ ਦਾ ਨਾਮ ਅਲੱਗ-ਅਲੱਗ ਨਹੀਂ ਬਲਕਿ ਇਕੱਠੇ ਹੀ ਨੇ। ਜਿੱਥੇ ਸਤਿਗੁਰੂ ਦੀ ਮੱਤ ਆ ਗਈ ਉੱਥੇ ਨਾਮ ਵੀ ਆ ਗਿਆ, ਜਿੱਥੇ ਨਾਮ ਆ ਗਿਆ ਉੱਥੇ ਗੁਰੂ ਦੀ ਮੱਤ ਆ ਗਈ। ਇਹ ਅਭੇਦ ਨੇ, ਦੋਵੇਂ ਚੀਜ਼ਾਂ ਇਕੱਠੀਆਂ ਹੀ ਨੇ। ਇਸੇ ਕਰਕੇ ਬਾਣੀ ਦੇ ਵਿੱਚ ਗੱਲ ਸਮਝਾਈ ਵੀ ਗਈ ਹੈ, ਭਾਈ ਤੂੰ ਬਾਣੀ ਦੇ ਨਾਲ ਜੁੜਿਆ ਕਰ। ਜਿਹੜੇ ਥਾਂ ਤੇ ਬਾਣੀ ਹੈ ਉੱਥੇ ਨਾਮ ਹੈ, ਜਿੱਥੇ ਨਾਮ ਹੈ ਉੱਥੇ ਸਤਿਗੁਰੂ ਦੀ ਬਾਣੀ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ।
ਜਿਸ ਮਨੁੱਖ ਨੂੰ ਗੁਰੂ ਦੀ ਮੱਤ ਆ ਜਾਏ, ਜਿਹਨੇ ਗੁਰੂ ਦੀ ਮੱਤ ਗ੍ਰਹਿਣ ਕਰ ਲਈ, ਉਹ ਸਤਿਗੁਰੂ ਦੇ ਵਿੱਚ ਸਮਾ ਜਾਂਦਾ, ਅਭੇਦ ਹੋ ਜਾਏਗਾ। ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ। ਗੁਰੂ ਸਾਹਿਬ ਨੇ ਕਿਹਾ ਇਸ ਬਾਣੀ ਨੂੰ, ਇਹ ਬਾਣੀ ਦਾ ਮਤਲਬ ਸਤਿਗੁਰੂ ਦੀ ਬਾਣੀ, ਜਿਹਨੂੰ ਧੁਰ ਕੀ ਬਾਣੀ ਕਹਿੰਦੇ ਆ, ਖਸਮ ਕੀ ਬਾਣੀ ਕਹਿੰਦੇ ਆ। ਇਹ ਬਾਣੀ ਜੋ ਜੀਉ ਜਾਣੈ, ਜਿਹੜਾ ਮਨੋਂ ਇਸ ਬਾਣੀ ਨੂੰ ਸਮਝ ਲਏਗਾ, ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਨਾਮ ਆਪਣੇ ਆਪ ਹੀ ਵਸ ਜਾਣੇ, ਕਿਉਂਕਿ ਬਾਣੀ ਦੇ ਵਿੱਚ ਹੀ ਵਾਹਿਗੁਰੂ ਦਾ ਨਾਮ ਟਿਕਿਆ ਹੋਇਆ। ਇਸ ਲਈ ਗੁਰੂ ਸਾਹਿਬ ਨੇ ਗੱਲ ਇੱਥੇ ਸੰਪੂਰਨ ਕੀਤੀ ਹੈ, ਹਰ ਨਾਮ ਚੇਤ ਫਿਰ ਪਵੇਂ ਨਾ ਜੂਨੀ। ਨਾਮ ਚੇਤੇ ਕਰਿਆ ਕਰ, ਫਿਰ ਜੂਨਾ 'ਚ ਨਹੀਂ ਪਏਗਾ। ਗੁਰਮਤ ਸਾਰ ਹੋਰ ਨਾਮ ਵੀ ਹੁੰਦੀ। ਗੁਰੂ ਦੀ ਮੱਤ ਸ੍ਰੇਸ਼ਟ ਹੈ, ਜਿਨ੍ਹਾਂ ਗ੍ਰਹਿਣ ਕਰ ਲਈ ਉਹ ਵੀ ਸ੍ਰੇਸ਼ਟ ਹੋ ਗਏ, ਤੇ ਗੁਰੂ ਦੀ ਮੱਤ ਤੋਂ ਸਖਣੇ ਜਿਹੜੇ ਲੋਕ ਨੇ, ਨਾਮ ਤੋਂ ਵੀ ਹੋਣੇ, ਉਹ ਆਪਣਾ ਜੀਵਨ ਬਰਬਾਦ ਕਰ ਰਹੇ ਨੇ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਇਸ ਪਦੇ ਵਿੱਚ ਇਹ ਸਿੱਖਿਆ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਿ ਜਿੱਥੇ ਓੰਕਾਰ ਤੋਂ ਟੁੱਟੇ ਹੋਏ ਲੋਕ, ਇੱਕ ਵਾਹਿਗੁਰੂ ਤੋਂ ਟੁੱਟੇ ਹੋਏ ਲੋਕ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿੱਚ ਫਸ ਕੇ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਖਰਾਬ ਕਰ ਰਹੇ ਨੇ, ਵਿਕਾਰਾਂ 'ਚ ਫਸੇ ਨੇ, ਉੱਥੇ ਕੁਝ ਉਹ ਵੀ ਗੁਰਮੁਖ ਜਾਣਦੇ ਜਿਹੜੇ ਗੁਰੂ ਦੀ ਸ੍ਰੇਸ਼ਟ ਮੱਤ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਨੇ, ਗੁਣਾਂ ਵਾਲੇ ਹੋ ਗਏ ਨੇ, ਜੂਨਾਂ 'ਚ ਪੈਣ ਤੋਂ ਬਚ ਗਏ ਨੇ, ਤੇ ਵਾਰ-ਵਾਰ ਜੰਮਣ ਤੇ ਮਰਨ ਦਾ ਗੇੜ ਉਹਨਾਂ ਦਾ ਮੁੱਕਿਆ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਮਿਹਰ ਕਿਰਪਾ ਕਰਨ, ਗੁਰਬਾਣੀ ਦੀ ਸਿੱਖਿਆ, ਗੁਰਬਾਣੀ ਦੇ ਵਾਕ ਸਾਡੇ ਹਿਰਦੇ ਵਿੱਚ ਵਸਣ, ਗੁਰੂ ਕਿਰਪਾ ਦੇ ਪਾਤਰ ਹੋ ਸਕੀਏ। ਅੱਜ ਦੀਆਂ ਇੰਨੀਆਂ ਹੀ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ। ਪਾਵਨ ਗੁਰਬਾਣੀ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ। ਆਓ ਸਾਰੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ